नमामीश मीशान निर्वाण रूपम विभुम व्यापकम ब्रह्म वेदस्वरूपम निजम निर्गुणम निर्विकल्पम निरीहम चिदाकाशमाकाश वासम भजेहम। ਮਾਂ ਭਾਰਤੀ ਦੇ ਸਿਰਮੌਰ ਕਸ਼ਮੀਰ ਦੇ ਪਹਿਲਗਾਮ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਅਸ਼ਵਨੀ ਕੁਮਾਰ ਮਿਸ਼ਰ। ਸਤਿਅਮ ਸ਼ਿਵਮ ਸੁੰਦਰਮ ਸਾਡੀ ਸਨਾਤਨ ਸੰਸਕ੍ਰਿਤੀ ਦਾ ਕੇਂਦਰ ਬਿੰਦੂ ਹੈ। ਸਭ ਪਾਸੇ ਫੈਲੀ ਸਾਡੀ ਸਨਾਤਨ ਸੰਸਕ੍ਰਿਤੀ ਪੂਰੀ ਦੁਨੀਆ ਨੂੰ ਹੈਰਾਨ ਕਰਦੀ ਹੈ, ਆਪਣੇ ਵੱਲ ਖਿੱਚਦੀ ਹੈ। ਇਸੇ ਹਿਮਾਲਿਆ ਦੀ ਗੋਦ ਵਿੱਚ ਕੈਲਾਸ਼ ਵਿੱਚ ਭਗਵਾਨ ਸ਼ਿਵ ਦਾ ਨਿਵਾਸ ਮੰਨਿਆ ਜਾਂਦਾ ਹੈ ਅਤੇ ਭਗਵਾਨ ਸ਼ਿਵ ਨਾਲ ਹਿਮਾਲਿਆ ਦੀ ਸਪੁੱਤਰੀ ਦਾ ਵਿਆਹ ਹੋਇਆ ਮਾਤਾ ਸ਼ੈਲਪੁੱਤਰੀ ਦੇ ਰੂਪ ਵਿੱਚ। ਇਸੇ ਹਿਮਾਲਿਆ ਦੀ ਗੋਦ ਵਿੱਚ ਸਮੁੰਦਰ ਤਲ ਤੋਂ ਕੋਈ 3888 ਮੀਟਰ ਦੀ ਉਚਾਈ ਤੇ ਸਥਿਤ ਹੈ ਪਵਿੱਤਰ ਅਮਰਨਾਥ ਦੀ ਗੁਫਾ। ਇੱਥੇ ਸੁਭਾਵਿਕ ਰੂਪ ਨਾਲ, ਮਨਮੋਹਕ ਰੂਪ ਨਾਲ, ਕੁਦਰਤੀ ਰੂਪ ਨਾਲ ਹਿਮਲਿੰਗ ਦਾ ਬਣਨਾ ਅਤੇ ਪ੍ਰਗਟ ਹੋਣਾ ਹੁੰਦਾ ਹੈ। ਸਨਾਤਨ ਸੰਸਕ੍ਰਿਤੀ ਨੂੰ ਮੰਨਣ ਵਾਲੇ ਇੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਖਿੱਚੇ ਚਲੇ ਆਉਂਦੇ ਨੇ ਬਾਬਾ ਦੇ ਧਾਮ ਵਿੱਚ। ਅਮਰਨਾਥ ਦੀ ਯਾਤਰਾ ਸਾਡੇ ਧਰਮ, ਕਰਮ, ਸੰਸਕ੍ਰਿਤੀ ਅਤੇ ਦਾਨ ਪੁੰਨ ਦੀ ਸਰਵਉੱਚ ਯਾਤਰਾ ਹੈ। ਅਮਰਨਾਥ ਦੀ ਯਾਤਰਾ ਅਦਭੁਤ ਹੈ, ਅਲੌਕਿਕ ਹੈ, ਅਧਿਆਤਮਕ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪਵਿੱਤਰ ਅਮਰਨਾਥ ਯਾਤਰਾ ਤੇ। ਹਿਮਾਲਿਆ ਦਾ ਬੁਲੰਦ ਸ਼ਿਖਰ, ਸਨਾਤਨ ਸੰਸਕ੍ਰਿਤੀ ਦਾ ਰੂਪ ਪ੍ਰਖਰ। ਸਤਿਅਮ ਸ਼ਿਵਮ ਸੁੰਦਰਮ ਸੋਹਣਾ ਅਦਭੁਤ ਵਾਤਾਵਰਣ। ਹਿਮਲਿੰਗ ਦੇ ਰੂਪ ਵਿੱਚ ਭਗਵਾਨ ਸ਼ਿਵ ਦਾ ਸਾਖਸ਼ਾਤ ਅਵਤਰਣ। ਸਨਾਤਨ ਸੰਸਕ੍ਰਿਤੀ ਦੀ ਨਿਰੰਤਰਤਾ ਦਾ ਸਬੂਤ ਹੈ ਇਹ ਧਾਮ। ਭਗਵਾਨ ਭੋਲੇ ਸ਼ੰਕਰ ਦੀ ਅਮਰ ਕਥਾ ਦਾ ਮਹਾਗਾਨ ਹੈ ਇਹ ਧਾਮ। ਹਿਮਾਲਿਆ ਦੀ ਗੋਦ ਵਿੱਚ ਕੋਈ 4000 ਮੀਟਰ ਦੀ ਉਚਾਈ, ਬਰਫ਼ ਨਾਲ ਢਕੀਆਂ ਚੋਟੀਆਂ, ਗਲੇਸ਼ੀਅਰ ਤੇ ਬਰਫ਼ ਦੀਆਂ ਖੱਡਾਂ ਦੇ ਨਾਲ ਅਮਰ ਕਥਾ ਦੀ ਗਵਾਹ ਹੈ ਇਹ ਪਵਿੱਤਰ ਗੁਫਾ। ਅਤੇ ਅਮਰ ਕਥਾ ਦੇ ਅਮਰ ਸਰੋਤੇ ਕਬੂਤਰਾਂ ਦੀ ਅੱਜ ਵੀ ਇੱਥੇ ਸਾਖਸ਼ਾਤ ਹਾਜ਼ਰੀ ਨਾ ਸਿਰਫ ਸ਼ਰਧਾਲੂਆਂ ਨੂੰ ਸ਼ਰਧਾ ਨਾਲ ਭਰ ਦਿੰਦੀ ਹੈ, ਸਗੋਂ ਹੈਰਾਨ ਤੇ ਅਚੰਭਿਤ ਕਰ ਦਿੰਦੀ ਹੈ। ਪ੍ਰਾਚੀਨ ਕਥਾ ਹੈ ਕਿ ਭਗਵਾਨ ਸ਼ਿਵ ਨੇ ਮਾਂ ਪਾਰਵਤੀ ਨੂੰ ਸੰਸਾਰ ਦੀ ਰਚਨਾ ਤੇ ਅਮਰਤਾ ਦਾ ਰਹੱਸ ਦੱਸਣ ਲਈ ਇਸ ਗੁਫਾ ਦੀ ਚੋਣ ਕੀਤੀ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਇਸ ਗੁਫਾ ਵਿੱਚ ਪਹਿਲਾਂ ਪਹਿਲ ਸੌਣ ਮਹੀਨੇ ਦੀ ਪੁੰਨਿਆ ਨੂੰ ਆਏ ਸਨ। ਇਸੇ ਲਈ ਉਸ ਦਿਨ ਨੂੰ ਅਮਰਨਾਥ ਦੀ ਯਾਤਰਾ ਨੂੰ ਖਾਸ ਮਹੱਤਵ ਮਿਲਿਆ ਹੈ। ਰੱਖੜੀ ਦੀ ਪੁੰਨਿਆ ਦੇ ਦਿਨ ਹੀ ਛੜੀ ਮੁਬਾਰਕ ਵੀ ਗੁਫਾ ਵਿੱਚ ਬਣੇ ਹਿਮ ਸ਼ਿਵਲਿੰਗ ਦੇ ਕੋਲ ਸਥਾਪਿਤ ਕਰ ਦਿੱਤੀ ਜਾਂਦੀ ਹੈ। ਇਸ ਸਾਲ 30 ਜੂਨ ਤੋਂ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਅਤੇ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਬੇਮਿਸਾਲ ਇੰਤਜ਼ਾਮ ਕਰ ਰਿਹਾ ਹੈ। जय बाबा बर्फानी। सभी यात्रियों को ये सुखद सूचना हमें देते हुए बड़ा हर्ष हो रहा है कि इस बार हम लोग यात्रा की तैयारी बड़े ज़ोर शोर से कर रहे हैं। और अच्छी बात यह है कि जिस हिसाब से इस बार रजिस्ट्रेशन चल रहा है तो हमें उम्मीद है कि बाबा की कृपा काफ़ी सारे लोगों पे होने वाली है। देखिए, इसमें अध्यात्म भी है इस यात्रा में और रोमांच भी है, मतलब स्पिरिचुअलिटी भी है और एडवेंचरिज्म भी है। तो
अब जो भी यात्री आएंगे वो इन दोनों का मिश्रण उन्हें महसूस होगा। ਪਵਿੱਤਰ ਅਮਰਨਾਥ ਗੁਫਾ ਵਿੱਚ ਭੋਲੇ ਸ਼ੰਕਰ ਦਾ ਨਿਵਾਸ ਮੰਨਿਆ ਜਾਂਦਾ ਏ। ਦੱਖਣ ਮੁਖੀ ਇਹ ਗੁਫਾ 45 ਮੀਟਰ ਉੱਚੀ ਤੇ 27 ਮੀਟਰ ਡੂੰਘੀ ਹੈ। ਪੁਰਾਣਾਂ ਦੇ ਅਨੁਸਾਰ ਕਾਸ਼ੀ ਵਿੱਚ ਦਰਸ਼ਨਾਂ ਨਾਲੋਂ 10 ਗੁਣਾ, ਪ੍ਰਯਾਗ ਨਾਲੋਂ 100 ਗੁਣਾ, ਨੈਮਿਸ਼ਾਰਣਯ ਨਾਲੋਂ 1000 ਗੁਣਾ ਪੁੰਨ ਦੇਣ ਵਾਲੇ ਹਨ ਸ਼੍ਰੀ ਬਾਬਾ ਅਮਰਨਾਥ ਦੇ ਦਰਸ਼ਨ। ਪ੍ਰਾਚੀਨ ਮਾਨਤਾ ਦੇ ਅਨੁਸਾਰ ਇਹ ਮੰਨਿਆ ਜਾਂਦਾ ਏ ਕਿ ਭਗਵਾਨ ਸ਼ਿਵ ਨੇ ਆਪਣੇ ਅਨੰਤ ਨਾਗਾਂ ਨੂੰ ਅਨੰਤ ਨਾਗ ਵਿੱਚ ਛੱਡਿਆ। ਉਸ ਤੋਂ ਬਾਅਦ ਮੱਥੇ ਤੇ ਸੁਸ਼ੋਭਿਤ ਹੋਣ ਵਾਲੇ ਚੰਦਰਮਾ ਨੂੰ ਉਹਨਾਂ ਨੇ ਚੰਦਨਬਾੜੀ ਵਿੱਚ ਛੱਡਿਆ। ਅੱਗੇ ਪਿੱਸੂ ਟੌਪ ਅਤੇ ਨਾਲੋਂ ਨਾਲ ਜ਼ੋਜੀਬਲ ਅਤੇ ਸ਼ੇਸ਼ਨਾਗ ਦੇ ਖੇਤਰਾਂ ਵਿੱਚ ਉਹਨਾਂ ਨੇ ਆਪਣੇ ਗਰਦਨ ਵਿੱਚ ਪਾਏ ਹੋਏ ਸੱਪ ਨੂੰ ਛੱਡਿਆ ਅਤੇ ਅੱਗੇ ਜਾ ਕੇ ਜਦ ਉਹ ਪਵਿੱਤਰ ਗੁਫਾ ਵਿੱਚ ਪਹੁੰਚਦੇ ਨੇ ਤਾਂ ਉਹ ਮਾਂ ਪਾਰਬਤੀ ਨੂੰ ਅਮਰ ਕਥਾ ਸੁਣਾਉਂਦੇ ਨੇ। ਤਾਂ ਚੰਦਨਬਾੜੀ ਤੋਂ ਅੱਗੇ ਪਿੱਸੂ ਟੌਪ ਤੋਂ ਅੱਗੇ ਜ਼ੋਜੀਬਲ ਤੋਂ ਅੱਗੇ ਨਾਗਕੋਟ ਤੋਂ ਅੱਗੇ ਸ਼ੇਸ਼ਨਾਗ। ਇਹ ਪੂਰੀ ਦੂਰੀ ਤਕਰੀਬਨ 12 ਕਿਲੋਮੀਟਰ ਦੀ ਹੈ ਅਤੇ ਇੱਥੇ ਚੰਦਨਬਾੜੀ ਤੋਂ ਪਵਿੱਤਰ ਗੁਫਾ ਦੀ ਦੂਰੀ 32 ਕਿਲੋਮੀਟਰ ਹੈ ਅਤੇ ਇਹ 32 ਕਿਲੋਮੀਟਰ ਦੀ ਦੂਰੀ ਬੇਹੱਦ ਮੁਸ਼ਕਿਲ ਹੈ, ਪਰ ਇਹ ਸਾਡੇ ਸ਼ਰਧਾਲੂਆਂ ਦਾ ਉਤਸ਼ਾਹ ਹੈ, ਇਹ ਬਾਬਾ ਦੇ ਪ੍ਰਤੀ ਉਹਨਾਂ ਦਾ ਸਮਰਪਣ ਹੈ, ਇਹ ਸਾਡੀ ਸ਼ਰਧਾ ਹੈ ਕਿ ਹਰ ਕੋਈ ਇਹਨਾਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਬਾਬਾ ਦੇ ਦਰਸ਼ਨਾਂ ਲਈ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਖਿੱਚਿਆ ਆਉਂਦਾ ਹੈ ਅਮਰਨਾਥ ਗੁਫਾ ਦੇ ਲਈ। ਪ੍ਰਾਚੀਨ ਮਾਨਤਾ ਹੈ ਕਿ ਜਦੋਂ ਇੱਕ ਵਾਰ ਕਸ਼ਮੀਰ ਘਾਟੀ ਪਾਣੀ ਵਿੱਚ ਡੁੱਬ ਗਈ ਅਤੇ ਉਸ ਦੇ ਬਚਾਅ ਦੇ ਕ੍ਰਮ ਵਿੱਚ ਸਭ ਤੋਂ ਪਹਿਲਾਂ ਭ੍ਰਿਗੂ ਰਿਸ਼ੀ ਨੇ ਅਮਰਨਾਥ ਦੀ ਪਵਿੱਤਰ ਗੁਫਾ ਅਤੇ ਬਰਫ਼ ਦੇ ਸ਼ਿਵਲਿੰਗ ਨੂੰ ਵੇਖਿਆ। ਉਦੋਂ ਤੋਂ ਹੀ ਇਹ ਸਥਾਨ ਸ਼ਿਵ ਪੂਜਾ ਅਤੇ ਯਾਤਰਾ ਦਾ ਪ੍ਰਮੁੱਖ ਦੇਵਾ ਸਥਾਨ ਬਣ ਗਿਆ। ਬੌਧੀ ਕਾਲ ਵਿੱਚ ਵੀ ਇਸ ਰਸਤੇ ਉੱਪਰ ਯਾਤਰਾ ਦੇ ਸਬੂਤ ਮਿਲਦੇ ਹਨ। ਈਸਾ ਪੂਰਵ ਲਿਖੀ ਗਈ ਕਲਹਣ ਦੀ ਰਾਜ ਤਰੰਗਣੀ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ ਕਿ ਕਸ਼ਮੀਰ ਦੇ ਰਾਜਾ ਸਾਮਦੀਮਤ ਸ਼ਿਵ ਦੇ ਭਗਤ ਸਨ ਅਤੇ ਉਹ ਪਹਿਲਗਾਮ ਦੇ ਜੰਗਲਾਂ ਵਿੱਚ ਸਥਿਤ ਬਰਫ਼ ਦੇ ਸ਼ਿਵਲਿੰਗ ਦੀ ਪੂਜਾ ਕਰਦੇ ਸਨ। ਇਸ ਜ਼ਿਕਰ ਤੋਂ ਪਤਾ ਲੱਗਦਾ ਹੈ ਕਿ ਅਮਰਨਾਥ ਯਾਤਰਾ ਦਾ ਰੁਝਾਨ ਕਿੰਨਾ ਪੁਰਾਣਾ ਹੈ। ਬ੍ਰਿੰਗੇਸ਼ ਸੰਹਿਤਾ, ਨੀਲਮਤ ਪੁਰਾਣ ਅਤੇ ਕਲਹਣ ਦੀ ਰਾਜ ਤਰੰਗਣੀ ਵਿੱਚ ਅਮਰਨਾਥ ਤੀਰਥ ਦਾ ਬਰਾਬਰ ਜ਼ਿਕਰ ਮਿਲਦਾ ਹੈ। ਚਾਹੇ ਪਹਿਲਗਾਮ ਦਾ ਰਸਤਾ ਹੋਵੇ ਜਾਂ ਫਿਰ ਬਾਲਟਾਲ ਦਾ, ਪਵਿੱਤਰ ਗੁਫਾ ਜਾਣ ਵਾਲੇ ਦੋਹੇ ਰਾਹਾਂ ਉੱਤੇ ਅਨੇਕ ਨਿਰਮਾਣ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸੜਕ, ਸਿਹਤ ਅਤੇ ਸੰਚਾਰ ਦੀਆਂ ਸੁਵਿਧਾਵਾਂ ਨੂੰ ਵਿਸਤਾਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਨਾਲੋਂ ਨਾਲ ਉਹਨਾਂ ਦੀ ਯਾਤਰਾ ਸਰਲ, ਸੁਖਾਲੀ ਤੇ ਸੁਖਮਈ ਹੋਵੇ। ਇਹ ਯਾਤਰਾ ਯਾਦਗਾਰ ਵੀ ਰਹੇ ਅਤੇ ਇਹ ਯਾਤਰਾ ਸ਼ਾਨਦਾਰ ਵੀ ਰਹੇ, ਇਸ ਦੇ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਭਰਪੂਰ ਕੋਸ਼ਿਸ਼ ਕਰ ਰਿਹਾ ਹੈ। ਸਦੀਆਂ ਤੋਂ ਜਾਰੀ ਇਹ ਅਮਰਨਾਥ ਯਾਤਰਾ ਹਿੰਦੂ ਧਰਮ ਦੇ ਪੈਰੋਕਾਰਾਂ ਲਈ ਸਰਵਉੱਚ ਸ਼ਰਧਾ ਦੇ ਕੇਂਦਰ ਦੇ ਬਰਾਬਰ ਹੈ ਅਤੇ ਹਰ ਸਨਾਤਨ ਧਰਮ ਨੂੰ ਮੰਨਣ ਵਾਲੇ ਦੀ ਇਹ ਕਾਮਨਾ ਹੁੰਦੀ ਏ ਕਿ ਬਾਬਾ ਅਮਰਨਾਥ ਜੀ ਦਾ ਦਰਸ਼ਨ ਉਹ ਇੱਕ ਵਾਰ ਜ਼ਰੂਰ ਕਰੇ। ਕੋਵਿਡ-19 ਦੀ ਵਜ੍ਹਾ ਕਰਕੇ ਕੋਈ 2 ਸਾਲ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਏ। ਯਾਤਰਾ ਤੋਂ ਪਹਿਲਾਂ ਹੀ ਕਸ਼ਮੀਰ ਘਾਟੀ ਵਿੱਚ ਸੈਲਾਨੀਆਂ ਦੀ ਉਮੜੀ ਭੀੜ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਇਸ ਸਾਲ ਅਮਰਨਾਥ ਯਾਤਰਾ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਾ ਸਿਰਫ ਪਹਿਲਾਂ ਦੇ ਅੰਕੜਿਆਂ ਨੂੰ ਆਸਾਨੀ ਨਾਲ ਪਾਰ ਕਰ ਦੇਵੇਗੀ, ਸਗੋਂ ਨਵਾਂ ਰਿਕਾਰਡ ਵੀ ਬਣਾਏਗੀ। ਯਾਤਰਾ ਸਰਲ, ਸੁਖਾਲੀ ਤੇ ਸੁਵਿਧਾ ਭਰਪੂਰ ਹੋਵੇ, ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲਾ ਲਗਾਤਾਰ ਸਮੀਖਿਆ ਬੈਠਕਾਂ ਕਰ ਰਿਹਾ ਹੈ। ਪਿਛਲੀ 17 ਮਈ ਤੇ ਫਿਰ 3 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਸਾਰੀਆਂ ਸਬੰਧਤ ਏਜੰਸੀਆਂ ਦੇ ਨਾਲ ਅਮਰਨਾਥ ਯਾਤਰਾ ਦੀਆਂ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਬੈਠਕ ਬੁਲਾਈ ਅਤੇ ਸਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਤੀਰਥ ਯਾਤਰੀਆਂ ਦੇ ਲਈ ਸਮੱਸਿਆ ਮੁਕਤ ਦਰਸ਼ਨ ਦੇ ਪ੍ਰਬੰਧ ਤੋਂ ਲੈ ਕੇ ਹਰ ਸੰਭਵ ਇੰਤਜ਼ਾਮ ਕੀਤੇ ਜਾ ਰਹੇ ਨੇ, ਜਿਸ ਦੇ ਨਾਲ ਕਿ ਯਾਤਰਾ ਸੁਰੱਖਿਅਤ ਅਤੇ ਨਿਰਵਿਘਨ ਸੰਪੰਨ ਹੋਵੇ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇੱਕ ਦਫ਼ਤਰੀ ਬਿਆਨ ਵਿੱਚ ਕਿਹਾ, ਇਹ ਮੋਦੀ ਸਰਕਾਰ ਦੀ ਪਹਿਲ ਹੈ ਕਿ ਅਮਰਨਾਥ ਯਾਤਰਾ ਦੇ ਲਈ ਆਉਣ ਵਾਲੇ ਤੀਰਥ ਯਾਤਰੀਆਂ ਦੇ ਦਰਸ਼ਨ ਆਸਾਨ ਹੋਣ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਤੀਰਥ ਯਾਤਰੀਆਂ ਲਈ ਸਮੱਸਿਆ ਮੁਕਤ ਦਰਸ਼ਨ ਸੁਨਿਸ਼ਚਿਤ ਹੋਵੇ, ਇਸ ਦੇ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੋਵੇਂ ਯਾਤਰਾ ਮਾਰਗਾਂ ਉੱਤੇ ਨਾਗਰਿਕ ਸਹੂਲਤਾਂ ਦਾ ਨਿਰਮਾਣ ਅਤੇ ਬਹਾਲੀ ਦਾ ਕੰਮ ਤੇਜ਼ੀ ਨਾਲ ਕਰ ਰਿਹਾ ਹੈ। ਪਹਿਲੀ ਵਾਰ ਯਾਤਰੀਆਂ ਨੂੰ ਰੇਡੀਓ ਫ੍ਰੀਕੁਐਂਸੀ ਆਈਡੈਂਟਿਟੀ ਕਾਰਡ ਜਾਰੀ ਕੀਤਾ ਜਾ ਰਿਹਾ ਹੈ, जिस दे नाल के यात्रा सुरक्षित और चंगी तरह आयोजित हो सकेगी। सुरक्षा के दृष्टिकोण से और यात्रियों के सहूलियत के दृष्टिकोण से हमने इस बार एक RFID टैग शुरू किया है, जो प्रत्येक यात्री को हम देंगे। यात्री चाहे सड़क से आए, चाहे वायु मार्ग से आए,
या रेल से आए, हम जहाँ भी वो फर्स्ट एंट्री होगी हमारे यूटी में, उसको हम वहाँ जो रजिस्ट्रेशन है वो बताने पे हम उसको एक RFID टैग देंगे। उससे कई फ़ायदे हैं। RFID टैग देने से एक तो यात्री को हम ट्रैक कर पाएंगे, जो भी ऑथराइज्ड लोग होंगे वो हमारी यात्रा में दिखेंगे, और इसके अलावा किस सेगमेंट में कितने लोग हैं, किस रुकने की व्यवस्था में कितने लोगों को ले जाना है, किस स्ट्रेच में कितने लोग हैं, कितने लोग किस स्ट्रेच को पार किए, कौन लोग उससे पहले हैं, कौन लोग उसके बाद हैं, ये कई सारी सुविधाएं हमें मिलेंगी। दूसरी जो RFID टैग है वो जो पोनी वाले हैं, जो पिट्ठू वाले हैं, उनको भी हम जो घोड़े चलाते हैं उनको भी दे रहे हैं, ताकि हमें पता रहे कि कौन सा यात्री किस RFID वाले किस पोनी पर बैठा है, ताकि हमें कोई और जानकारी या कोई और दृष्टिकोण से कोई सूचना हमें इकट्ठी करनी है तो हम आसानी से कर पाएंगे। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਮਰਨਾਥ ਯਾਤਰਾ ਵਿੱਚ ਪਹੁੰਚਦੇ ਨੇ। ਇਸ ਵਾਰ ਯਾਤਰਾ 30 ਜੂਨ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗੀ। ਇਸ ਦੇ ਲਈ ਰਜਿਸਟ੍ਰੇਸ਼ਨ 11 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੇ ਨੇ। ਯਾਤਰਾ ਲਈ ਅਪਲਾਈ ਕਰਨ ਲਈ ਸ਼ਰਧਾਲੂ ਦੀ ਉਮਰ 13 ਸਾਲ ਤੋਂ 75 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਗਰਭਵਤੀ ਮਹਿਲਾਵਾਂ ਦੇ ਲਈ ਯਾਤਰਾ ਦੀ ਸਲਾਹ ਨਹੀਂ ਹੈ। ਯਾਤਰਾ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਤੀਰਥ ਯਾਤਰੀਆਂ ਲਈ ਬੀਮਾ ਰਾਸ਼ੀ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਕੀਤਾ ਗਿਆ ਹੈ। यात्रियों का जो इंश्योरेंस है वो भी हमने बढ़ा के 3 लाख से 5 लाख रुपये किया है। और पहले जो पोनी जो घोड़े वाले होते थे उनका जो घोड़ा था वो इंश्योरेंस सिर्फ 3 महीने के लिए होता था। इस बार हमने पूरे साल के लिए किया है, और एक्सीडेंटल हो या नेचुरल डेथ इस बार हमने जोड़ा है, तो दोनों परिस्थितियों में हम उन्हें 50,000 रुपया इंश्योरेंस देंगे। ਪਵਿੱਤਰ ਅਮਰਨਾਥ ਗੁਫਾ ਜਾਣ ਦੇ 2 ਰਸਤੇ ਨੇ। ਇੱਕ ਰਵਾਇਤੀ ਰਸਤਾ ਹੈ ਜੋ ਪਹਿਲਗਾਮ, ਚੰਦਨਬਾੜੀ, ਪਿੱਸੂ ਟਾਪ, ਸ਼ੇਸ਼ਨਾਗ, ਪੰਜਤਾਰਣੀ ਸੰਗਮ ਹੁੰਦੇ ਹੋਏ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ, ਅਤੇ ਦੂਜਾ ਮਾਰਗ ਹੈ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਸੋਨਮਰਗ ਦੇ ਬਾਲਟਾਲ ਤੋਂ, ਜੋ ਧੋਮੈਲ, ਪੋਸ਼ਪਥਰੀ, ਬਰਾਰੀ ਸੰਗਮ ਹੁੰਦੇ ਹੋਏ ਪਵਿੱਤਰ ਗੁਫਾ ਪੁੱਜਦਾ ਹੈ। ਸ਼੍ਰੀ ਅਮਰਨਾਥ ਯਾਤਰਾ ਦੇ 2 ਮਾਰਗ ਹਨ। ਇੱਕ ਰਵਾਇਤੀ ਮਾਰਗ ਹੈ ਜੋ ਕਿ ਪਹਿਲਗਾਮ ਤੋਂ ਚੰਦਨਬਾੜੀ, ਸ਼ੇਸ਼ਨਾਗ, ਪੰਜਤਾਰਣੀ ਹੁੰਦੇ ਹੋਏ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ। ਇਹ ਦੂਰੀ ਨੂਨਵਾਨ ਕੈਂਪ ਤੋਂ, ਜੋ ਕਿ ਪਹਿਲਗਾਮ ਦਾ ਬੇਸ ਕੈਂਪ ਹੈ, ਉੱਥੋਂ ਪਵਿੱਤਰ ਗੁਫਾ ਦੀ ਦੂਰੀ 42 ਕਿਲੋਮੀਟਰ ਹੁੰਦੀ ਹੈ। ਅਸੀਂ ਇਸ ਵੇਲੇ ਬਾਲਟਾਲ, ਜੋ ਕਿ ਦੂਜਾ ਬਦਲਵਾਂ ਰਸਤਾ ਹੈ ਪਵਿੱਤਰ ਗੁਫਾ ਜਾਣ ਲਈ, ਅਸੀਂ ਉੱਥੇ ਹੀ ਖੜੇ ਹਾਂ। ਬਾਲਟਾਲ ਤੋਂ ਪਵਿੱਤਰ ਗੁਫਾ ਦੀ ਦੂਰੀ 18 ਕਿਲੋਮੀਟਰ ਹੈ, ਭਾਵ ਕਿ ਸ਼ਰਧਾਲੂ ਇੱਥੋਂ ਹਿਮਲਿੰਗ ਦੇ ਦਰਸ਼ਨ ਇੱਕ ਹੀ ਦਿਨ ਵਿੱਚ ਕਰ ਸਕਦੇ ਨੇ। ਰਵਾਇਤੀ ਮਾਰਗ ਪਹਿਲਗਾਮ ਤੋਂ, ਜਿੱਥੋਂ 2 ਤੋਂ 3 ਦਿਨ ਭਗਵਾਨ ਦੇ ਦਰਸ਼ਨਾਂ ਲਈ ਲੱਗਦੇ ਨੇ, ਉੱਥੇ ਹੀ ਇਸ ਬਾਲਟਾਲ ਬੇਸ ਕੈਂਪ ਤੋਂ ਪਵਿੱਤਰ ਗੁਫਾ ਦੀ ਦੂਰੀ 18 ਕਿਲੋਮੀਟਰ ਹੋਣ ਕਰਕੇ ਇੱਕ ਦਿਨ ਵਿੱਚ ਹੀ ਦਰਸ਼ਨ ਕਰਕੇ ਸ਼ਰਧਾਲੂ ਵਾਪਸ ਆ ਸਕਦੇ ਨੇ। ਡੀਡੀ ਨਿਊਜ਼ ਦੀ ਟੀਮ ਜਦ ਇਹਨਾਂ ਦੋਵੇਂ ਮਾਰਗਾਂ ਉੱਤੇ ਪਹੁੰਚੀ ਤਾਂ ਯਾਤਰਾ ਮਾਰਗ ਅਤੇ ਯਾਤਰੀ ਸੁਵਿਧਾਵਾਂ ਦਾ ਜੰਗੀ ਪੱਧਰ ਤੇ ਨਿਰਮਾਣ ਹੁੰਦਾ ਵੇਖਿਆ। ਚਾਹੇ ਸੜਕਾਂ ਦੇ ਮੁੜ ਨਿਰਮਾਣ ਜਾਂ ਵਿਸਥਾਰ ਦੀ ਗੱਲ ਹੋਵੇ, ਜਾਂ ਫਿਰ ਬਿਜਲੀ ਵਿਵਸਥਾ ਦੇ ਲਈ ਅੰਡਰਗਰਾਊਂਡ ਕੇਬਲਿੰਗ ਦੀ, ਹਰ ਪਾਸੇ ਤੇਜ਼ੀ ਨਾਲ ਨਵੇਂ ਨਿਰਮਾਣ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। अमरनाथ यात्रा इस वर्ष जो है उसके लिए माननीय उपराज्यपाल महोदय द्वारा हम लोगों की समीक्षा की गई है और समय समय पर समीक्षाएं की जा रही हैं। इस यात्रा के लिए हम लोगों की तैयारियां जो पुरानी यात्राओं से थी, क्योंकि ये 2 वर्षों से नहीं हुई है, तो यहाँ के लोग भी खासे उत्साहित हैं इस यात्रा को लेकर। अभी हमारा जो ट्रैक है, जो बालताल की तरफ से होली केव तक का ट्रैक है, वो हमारा पूरा थ्रू हो चुका है। उसके अंदर हमारा 80% ट्रैक हम लोगों ने रिस्टोर कर लिया है, क्योंकि ये बहुत ही पहाड़ी इलाका है, पथरीला इलाका है, तो इसमें हम सारे सुरक्षा के इंतजाम कर रहे हैं ताकि आने वाले किसी भी कभी भी कोई भी इसमें कोई दुर्घटना जैसी कोई संभावना ना रहे। इसके लिए हम लोग सारे पुख्ता इंतज़ाम कर रहे हैं। इस बार हम लोग टेंट्स की संख्या भी बढ़ा रहे हैं, और हम लोग ये पूरा प्रशासन की तरफ से और यहाँ के स्थानीय लोगों की तरफ से, उन सबके बिहाफ पे मैं बताना चाहूँगा कि हम लोग पूरी तरीके से तैयार हैं इस यात्रा को करवाने के लिए। ਯਾਤਰਾ ਦੇ ਲਈ ਆਵਾਜਾਈ ਸੁਵਿਧਾਵਾਂ ਵਿੱਚ ਵਿਸਥਾਰ ਕੀਤਾ ਜਾ ਰਿਹਾ ਹੈ। ਯਾਤਰੀ ਪੜਾਅ ਅਤੇ ਯਾਤਰੀ ਠਹਿਰ ਵਾਲੇ ਸਥਾਨਾਂ ਵਿਖੇ ਸਾਰੀਆਂ ਮੁੱਢਲੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਨੇ। ਯਾਤਰਾ ਕੋਵਿਡ ਮਹਾਮਾਰੀ ਦੇ ਬਾਅਦ ਪਹਿਲੀ ਵਾਰ ਹੋ ਰਹੀ ਹੈ, ਇਸ ਲਈ ਤੀਰਥ ਯਾਤਰੀਆਂ ਦੇ ਲਈ ਸਿਹਤ ਸਹੂਲਤਾਂ ਵਿੱਚ ਵਿਆਪਕ ਵਿਸਥਾਰ ਕੀਤਾ ਗਿਆ ਹੈ। ਦੋਵੇਂ ਯਾਤਰਾ ਮਾਰਗਾਂ ਉੱਤੇ ਅਸਥਾਈ ਹਸਪਤਾਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੋਵੇਗੀ।
दोनों बेस कैंप पे हम 100 बेडेड बना रहे हैं हॉस्पिटल, और दोनों यात्रा रूट्स में भी 50-50 बेड यात्रा के रूट में हम क्रिएट कर रहे हैं। और यात्रियों को भी हम कह रहे हैं कि अपने साथ आप ऑक्सीजन के कोई ना कोई छोटे से जो कैरी कर सकें उस तरह के छोटे सिलेंडर ज़रूर रखिए अपने साथ, ताकि अगर आपको किसी कारणवश कोई ज़रूरत होती है तो आपको ये सिक्योरिटी फील होगी कि हमारे पास वो छोटा सा ऑक्सीजन का सिलेंडर है। वैसे रास्ते में हमने काफ़ी सारे ऑक्सीजन के बूथ्स का भी प्रावधान किया है जो कारगर होंगे और कार्यरत होंगे। स्वास्थ्य संबंधी सुविधाओं में जैसे पुराने सालों में जो यात्रा रहती थी उसमें हमारे पास, और इस साल हमको थोड़ा ज़्यादा लोगों का लग रहा है कि लोग ज़्यादा संख्या में आएंगे, अभी रजिस्ट्रेशन को देख के भी वही प्रतीत हो रहा है। तो इसलिए हम लोगों ने जो हमारी स्वास्थ्य की व्यवस्थाएं बालटाल बेस कैंप पे रहती थी उसको हमने दोगुना किया है। जहाँ पे हम 50 बेड लगाते थे आज हमारे पास 100-150 बेड हैं। हम लोग रास्ते के अंदर जहाँ पे हमारे पास रुकने के लिए, और कोविड के बाद ये पहली बार इतनी लंबी हाइट पर है और लोग एक्लिमेटाइज बहुत जल्दी नहीं हो पाते हैं, तो इसके लिए हम लोग जगह जगह पर ऑक्सीजन सिलेंडर्स की व्यवस्था कर रहे हैं। हम लोग वहाँ पे जगह जगह पर हर 1-2 किलोमीटर के बाद हम लोग वहाँ पे बेड्स की व्यवस्था कर रहे हैं, ताकि किसी को अगर कोई तकलीफ होती है उसका हम इंतजाम करेंगे। ਪਰੰਪਰਾਗਤ ਪਹਿਲਗਾਮ ਦੇ ਰਸਤੇ ਇਹ ਯਾਤਰਾ ਕੋਈ 42 ਕਿਲੋਮੀਟਰ ਹੈ, ਜਿਸ ਵਿੱਚ ਚੰਦਨਬਾੜੀ ਤੋਂ 32 ਕਿਲੋਮੀਟਰ ਦੀ ਯਾਤਰਾ ਸ਼ਰਧਾਲੂਆਂ ਨੇ ਪੈਦਲ ਮਾਰਗ ਤੇ ਕਰਨੀ ਹੁੰਦੀ ਹੈ। ਯਾਤਰਾ ਬੇਹੱਦ ਮੁਸ਼ਕਿਲ ਹੈ ਅਤੇ ਇਸ ਦੀਆਂ ਭੂਗੋਲਿਕ ਚੁਣੌਤੀਆਂ ਵੀ ਨੇ। ਇਹ ਉੱਬੜ-ਖਾਬੜ ਪਥਰੀਲੇ ਰਸਤੇ ਦੱਸਦੇ ਨੇ ਕਿ ਇਹ ਯਾਤਰਾ ਕਿੰਨੀ ਮੁਸ਼ਕਿਲ ਹੈ, ਪਰ ਇਹ ਸ਼ਰਧਾਲੂਆਂ ਦਾ ਉਤਸ਼ਾਹ ਹੁੰਦਾ ਹੈ। ਇਹ ਉਹਨਾਂ ਦੀ ਸ਼ਰਧਾ ਹੁੰਦੀ ਹੈ ਕਿ ਉਹ ਬਾਬਾ ਦੇ ਧਾਮ ਦੇ ਦਰਸ਼ਨ ਕਰਨ ਦੇ ਲਈ ਬਿਨਾਂ ਰੁਕੇ ਤੁਰਦੇ ਰਹਿੰਦੇ ਨੇ। ਚੰਦਨਬਾੜੀ ਤੋਂ ਪਵਿੱਤਰ ਗੁਫਾ ਦੀ ਦੂਰੀ ਲਗਭਗ 32 ਕਿਲੋਮੀਟਰ ਹੈ। ਸਰਦੀਆਂ ਦੇ ਮੌਸਮ ਵਿੱਚ ਇਹ ਪੂਰੇ ਦਾ ਪੂਰਾ ਖੇਤਰ ਬਰਫ਼ ਨਾਲ ਢਕਿਆ ਹੁੰਦਾ ਏ। ਅਪ੍ਰੈਲ ਵਿੱਚ ਲੋਕ ਦੱਸਦੇ ਨੇ ਕਿ ਇੱਥੇ ਬਰਫ਼ ਵਿਛੀ ਰਹਿੰਦੀ ਹੈ ਅਤੇ ਹੁਣ ਮਾਰਗ ਦੀਆਂ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਤੇਜ਼ੀ ਨਾਲ ਇਹਨਾਂ ਸੜਕਾਂ ਨੂੰ, ਇਹਨਾਂ ਰਸਤਿਆਂ ਨੂੰ ਦਰੁਸਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ। ਚੰਦਨਬਾੜੀ ਦੇ ਬਾਅਦ ਲੋਕ ਪਿੱਸੂ ਟਾਪ ਪਹੁੰਚਦੇ ਨੇ। ਅਸੀਂ ਇਸ ਵੇਲੇ ਚੰਦਨਬਾੜੀ ਅਤੇ ਸ਼ੇਸ਼ਨਾਗ ਦੇ ਵਿਚਕਾਰ ਹਾਂ। ਚੰਦਨਬਾੜੀ, ਪਿੱਸੂ ਟਾਪ, ਜ਼ੋਜੀਬਲ, ਸ਼ੇਸ਼ਨਾਗ, ਇਹ ਦੂਰੀ ਤਕਰੀਬਨ 12 ਕਿਲੋਮੀਟਰ ਹੈ। ਇਸ 12 ਕਿਲੋਮੀਟਰ ਦੇ ਪੜਾਅ ਦੇ ਬਾਅਦ ਅਗਲੇ 20 ਕਿਲੋਮੀਟਰ ਦੇ ਪੈਂਡੇ ਤੋਂ ਬਾਅਦ ਆਉਂਦੀ ਹੈ ਪਵਿੱਤਰ ਅਮਰਨਾਥ ਗੁਫਾ, ਜੋ ਕਿ ਲੋਕਾਂ ਲਈ ਅਥਾਹ ਸ਼ਰਧਾ ਦਾ ਕੇਂਦਰ ਹੈ। ਦੋਵੇਂ ਯਾਤਰਾ ਮਾਰਗਾਂ ਉੱਤੇ ਨਿਰਮਾਣ ਕਾਰਜ ਤੇਜ਼ੀ ਨਾਲ ਹੋ ਰਹੇ ਨੇ। ਚਾਹੇ ਟੈਂਟ ਦਾ ਨਿਰਮਾਣ ਹੋਵੇ ਜਾਂ ਫਿਰ ਸ਼ੁੱਧ ਪੀਣ ਵਾਲਾ ਪਾਣੀ ਜਾਂ ਨਿਰਵਿਘਨ ਬਿਜਲੀ ਸਪਲਾਈ, ਸੰਚਾਰ ਦੇ ਸਾਧਨਾਂ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਪੁਖਤਾ ਕੀਤਾ ਜਾ ਰਿਹਾ ਹੈ। और भी तेज़ी से हो रहा है। पूरा यहाँ से 32 किलोमीटर अमरनाथ दूर है। पूरा रोड पे लगा दिया लेबर, बर्फ़ हटा रहा है, रोड बना रहा है अमरनाथ यात्रा के लिए। पूरा इंतज़ार कर रहा है अमरनाथ यात्रा के लिए साहब। काम तो 32 किलोमीटर में पूरा चल रहा है। चंद्रवाड़ी से गुफा तक चल रहा है, पिसू टाप यहाँ गुफा तक पूरा चल रहा है। लेबर सब में चल रही है, हर एक डिपार्टमेंट है इसमें। पीडीए भी है, शाइन बोर्ड भी है, हर वो आरएमपी भी है, वो हेल्पल भी है, सब भी मतलब डॉक्टर भी है, हर एक मतलब काम कर रहा है। फौज भी चल रही है, पूरा काम चल रहा है इसमें। ਬਾਲਟਾਲ ਤੋਂ ਅੱਗੇ ਤਕਰੀਬਨ 2 ਕਿਲੋਮੀਟਰ ਤੇ ਇਹ 2 ਮੀਲ ਦਾ ਐਕਸੈਸ ਕੰਟਰੋਲ ਪੁਆਇੰਟ ਹੈ। ਸ਼ਰਧਾਲੂਆਂ ਦੇ ਯਾਤਰਾ ਅਤੇ ਸੁਰੱਖਿਆ ਸੰਬੰਧੀ ਕਾਰਵਾਈਆਂ ਨੂੰ ਇੱਥੇ ਹੀ ਪੂਰਾ ਕੀਤਾ ਜਾਂਦਾ ਹੈ। ਸ਼੍ਰੀ ਅਮਰਨਾਥ ਦੀ ਯਾਤਰਾ ਬੇਹੱਦ ਲੰਬੀ ਅਤੇ ਮੁਸ਼ਕਿਲ ਹੈ, ਲਿਹਾਜ਼ਾ ਅਮਰਨਾਥ ਸ਼ਰਾਈਨ ਬੋਰਡ ਦੀ ਇਹ ਕੋਸ਼ਿਸ਼ ਹੈ ਕਿ ਇਸ ਯਾਤਰਾ ਨੂੰ ਸਭ ਤੋਂ ਵੱਧ ਸਰਲ ਅਤੇ ਸੁਖਾਲਾ ਬਣਾਇਆ ਜਾ ਸਕੇ। ਇਹ ਅਮਰਨਾਥ ਦੀ ਯਾਤਰਾ ਜੇਕਰ ਸਾਡੇ ਧਰਮ, ਕਰਮ ਅਤੇ ਅਧਿਆਤਮ ਦੀ ਤ੍ਰਿਵੇਣੀ ਹੈ ਤਾਂ ਪੱਕੇ ਤੌਰ ਤੇ ਇਹ ਯਾਤਰਾ ਸਾਡੇ ਸੰਕਲਪ, ਸਮਰਪਣ ਅਤੇ ਸ਼ਰਧਾ ਦਾ ਇਮਤਿਹਾਨ ਵੀ ਲੈਂਦੀ ਹੈ। ਦੋਵੇਂ ਹੀ ਮਾਰਗਾਂ ਉੱਤੇ ਰਸਤੇ ਵਿੱਚ ਰੌਸ਼ਨੀ ਲਈ ਪੂਰੀ ਵਿਵਸਥਾ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ ਜਾ ਸਕੇ। ਦੋਵੇਂ ਯਾਤਰਾ ਮਾਰਗਾਂ ਵਿੱਚ ਫ੍ਰੀ ਵਾਈਫਾਈ ਦੀ ਸਹੂਲਤ ਵੀ ਤੀਰਥ ਯਾਤਰੀਆਂ ਨੂੰ ਹਾਸਲ ਹੋਵੇਗੀ। वाईफाई के जब जम्मू से आप चलेंगे तो दोनों बेस कैंप तक, चाहे वो बालटाल हो या पहलगांव हो, वाईफाई के अलग अलग हॉटस्पॉट हम बनाएंगे, ताकि बहुत सारे यात्री हैं जो किसी कारणवश प्रीपेड लेके चले आते हैं। हालांकि हमने सारे यात्रियों को मैसेज के माध्यम से सूचना दी है, बार बार उनको जो रजिस्टर्ड हमारे यात्री हैं उनको हम सूचना दे रहे हैं कि आप पोस्ट पेड लेके आइए। प्रीपेड जो यूटी से बाहर का होगा वो नहीं चलेगा। बट किसी कारणवश अगर वो नहीं ला पाते हैं तो अन्य स्थानों पर, कई स्थानों पर जो प्रीपेड देने की व्यवस्था होगी वो भी होगी BSNL के द्वारा। लेकिन उसके अलावा भी हम वाईफाई हॉटस्पॉट बनाएंगे, ताकि आप रास्ते में अगर बात करना चाहें तो अपने मित्र बंधुओं से बात कर सकते हैं।
ਸਿਹਤ, ਸੜਕ, ਸੰਚਾਰ ਦੇ ਇਲਾਵਾ ਰਸਤੇ ਭਰ ਵਿੱਚ ਪਖਾਨਿਆਂ ਅਤੇ ਨਾਗਰਿਕ ਸੁਵਿਧਾਵਾਂ ਨੂੰ ਤੇਜ਼ੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ। ਪ੍ਰਸ਼ਾਸਨ ਅਤੇ ਸ਼ਰਾਈਨ ਬੋਰਡ ਸਾਫ਼ ਸਫਾਈ ਦੇ ਨਾਲ ਹੀ ਸੁਰੱਖਿਅਤ ਯਾਤਰਾ ਲਈ ਵਚਨਬੱਧ ਹੈ। ਇਸ ਵਾਰ ਦੀ ਅਮਰਨਾਥ ਯਾਤਰਾ ਵਿੱਚ ਡਿਜੀਟਲ ਸੇਵਾਵਾਂ ਦਾ ਵੀ ਵਿਸ਼ੇਸ਼ ਉਪਯੋਗ ਦੇਖਣ ਨੂੰ ਮਿਲੇਗਾ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਸ਼੍ਰੀ ਅਮਰਨਾਥ ਯਾਤਰਾ ਦਾ ਇੱਕ ਐਪ ਵੀ ਬਣਾਇਆ ਹੈ, ਜਿਸ ਨਾਲ ਮੁਸਾਫਰਾਂ ਨੂੰ ਨਵੀਨਤਮ ਅਤੇ ਲੋੜੀਂਦੀ ਜਾਣਕਾਰੀ ਹਾਸਲ ਹੋ सकेगी। श्री अमरनाथ जी यात्रा के नाम से ऐप है, तो श्री अमरनाथ जी यात्रा के नाम से जो ऐप है, अगर उसे आप एंड्रॉयड या iOS दोनों में कहीं भी फ़ोन पर डाउनलोड कर सकते हैं, तो गूगल प्ले स्टोर या एप्पल प्ले स्टोर से आप डाउनलोड कर सकते हैं श्री अमरनाथ जी यात्रा। और उसमें हमारी बहुत सारी जो नोटिफिकेशंस हैं, बहुत सारी जो हमारी सुविधाएं हैं, आपको बहुत सारे जो हमारे रास्ते में सुविधाएं होंगी, चाहे वो सैनिटेशन की हो, चाहे वॉशरूम की हो या कैंप की हो, तो आप जब चलेंगे तो उसमें मैप में आपको बताएगा कि अगली जो कैंप है वो कितनी दूर पे है, उसका लैटीट्यूड लॉन्गिट्यूड क्या है, अगला जो वॉशरूम है वो कितनी दूर पे है। इस तरह की सारी चीज़ें आपको हम उसमें बताएंगे। ਯਾਤਰਾ ਦੇ ਲਈ ਕੁਝ ਸਾਵਧਾਨੀਆਂ ਵਰਤਣਾ ਵੀ ਜ਼ਰੂਰੀ ਹੈ, ਜਿਵੇਂ ਕਿ ਮਿੱਥੇ ਸਮੇਂ ਤੇ ਰਜਿਸਟ੍ਰੇਸ਼ਨ ਦੀ ਮਿਤੀ ਉੱਤੇ ਸਿਹਤ ਪ੍ਰਮਾਣ ਪੱਤਰ ਦੇ ਨਾਲ ਹੀ ਯਾਤਰਾ ਕੀਤੀ ਜਾਵੇ। ਇਸ ਨਾਲ ਯਾਤਰਾ ਦੇ ਆਨੰਦ ਦਾ ਹੋਰ ਬਿਹਤਰ ਅਹਿਸਾਸ ਕੀਤਾ ਜਾ ਸਕੇਗਾ। यात्रियों के लिए जो दिशा निर्देश हैं वो यही है कि सब लोग अपना रजिस्ट्रेशन करवा के ज़रूर आएँ। बिना रजिस्ट्रेशन के यहाँ पर कोई भी यात्रा के अंदर नहीं जा सकता है। रजिस्ट्रेशन करवाएं। रजिस्ट्रेशन के लिए मैंडेटरी है कि कंपलसरी हेल्थ सर्टिफिकेट होना चाहिए, CHC, जो कि अब हमारे वो श्राइन बोर्ड की साइट के ऊपर भी है, जहाँ पे आप रजिस्टर कराते हैं वहाँ से आप डाउनलोड कीजिए, कंपलसरी हेल्थ सर्टिफिकेट लीजिए, फिर आप रजिस्टर करवाइए। रजिस्टर करवाने के बाद जब भी आप जैसे भी आप आएंगे, जो आपको तारीख दी गई है उसी तारीख को आएँ। उससे पहले और उससे बाद में अगर आप यात्रा करने का सोचेंगे या फिर अगर आपका प्लान चेंज होता है तो उसको आपको अपने रजिस्ट्रेशन के अंदर चेंज कर लेना बेहतर रहेगा। ਸ਼੍ਰੀ ਅਮਰਨਾਥ ਦੀ ਯਾਤਰਾ ਇੱਕ ਤੀਰਥ ਯਾਤਰਾ ਅਤੇ ਧਾਰਮਿਕ ਯਾਤਰਾ ਦੇ ਨਾਲ ਹੀ ਬੇਹੱਦ ਰੋਮਾਂਚਕ ਅਤੇ ਅਨੋਖੇ ਅਨੁਭਵ ਦੀ ਵੀ ਯਾਤਰਾ ਹੈ। ਯਾਤਰਾ ਨੂੰ ਸੁਰੱਖਿਅਤ ਸੰਪੰਨ ਕਰਾਉਣਾ ਸਿਰਫ ਪ੍ਰਸ਼ਾਸਨ ਅਤੇ ਸ਼ਰਾਈਨ ਬੋਰਡ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਾਡਾ ਤੇ ਤੁਹਾਡਾ ਨੈਤਿਕ ਫਰਜ਼ ਵੀ ਹੈ ਕਿ ਅਸੀਂ ਨਿਯਮਾਂ ਦਾ ਪਾਲਣ ਕਰਕੇ ਵਿਵਸਥਾ ਨੂੰ ਹੋਰ ਬਿਹਤਰ ਬਣਾਈਏ। मतलब आइए, बाबा के दर्शन करिए और एडवेंचर को, अध्यात्म को, स्पिरिचुअलिटी को, रोमांच को महसूस करिए और बाबा का आशीर्वाद प्राप्त करिए। जय बाबा बर्फानी। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਸੰਚਾਰ ਅਤੇ ਪ੍ਰਸਾਰਣ ਮਾਧਿਅਮਾਂ ਰਾਹੀਂ ਸ਼੍ਰੀ ਅਮਰਨਾਥ ਜੀ ਦੇ ਆਨਲਾਈਨ ਲਾਈਵ ਦਰਸ਼ਨ ਅਤੇ ਪਵਿੱਤਰ ਗੁਫਾ ਵਿੱਚ ਸਵੇਰੇ ਅਤੇ ਸ਼ਾਮ ਦੀ ਆਰਤੀ ਦਾ ਸਿੱਧਾ ਪ੍ਰਸਾਰਣ ਵੀ ਕਰੇਗਾ। ਯਾਤਰਾ ਮਾਰਗ ਵਿੱਚ ਵੱਖੋ-ਵੱਖ ਸਥਾਨਾਂ ਤੇ ਇਸ ਦਾ ਪ੍ਰਸਾਰਣ ਹੋਵੇਗਾ ਅਤੇ ਨਾਲ ਹੀ ਦੇਸ਼ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਬੈਠੇ ਲੋਕ ਵੀ ਬਾਬਾ ਅਮਰਨਾਥ ਦਾ ਲਾਈਵ ਦਰਸ਼ਨ ਕਰ ਸਕਣਗੇ। ਅਦਭੁਤ ਅਤੇ ਰੋਮਾਂਚ ਨਾਲ ਭਰਪੂਰ ਸ਼੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਤੇਜ਼ੀ ਨਾਲ ਮੁਕੰਮਲ ਹੋ ਰਹੀਆਂ ਨੇ ਤੇ ਹੁਣ ਬਸ ਇੰਤਜ਼ਾਰ ਹੈ 30 ਜੂਨ ਦਾ, ਜਦੋਂ ਇਹ ਇਤਿਹਾਸਕ ਯਾਤਰਾ ਸ਼ੁਰੂ ਹੋਵੇਗੀ। मैं आदि पुरुष निर्भयता का वरदान लिए आया भू पर, पै पीकर सब मरते आए, लो अमर हुआ मैं विष पीकर। भय से व्याकुल फिर दुनिया ने प्रारंभ किया मेरा पूजन, मैं नर नारायण नीलकंठ बन गया तो इसमें क्या विस्मय। तन मन हिंदू, जीवन हिंदू, रग रग हिंदू मेरा परिचय। ਇੱਥੇ ਸ਼੍ਰੀ ਅਮਰਨਾਥ ਗੁਫਾ ਵਿੱਚ ਸਾਖਸ਼ਾਤ ਹਿਮਲਿੰਗ ਦੇ ਰੂਪ ਵਿੱਚ ਅਮਰਨਾਥ ਭਗਵਾਨ ਦੀ ਮੌਜੂਦਗੀ ਸਾਡੀ ਸੰਸਕ੍ਰਿਤੀ ਦੀ ਨਿਰੰਤਰਤਾ ਅਤੇ ਸਨਾਤਨ ਰੂਪ ਨੂੰ ਦਰਸਾਉਂਦੀ ਹੈ। ਸਾਡੀ ਸੰਸਕ੍ਰਿਤੀ ਹੀ ਹੈ ਜਿਸ ਨੇ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਵਿਅਕਤੀ ਦੇ ਬਲੀਦਾਨ ਦੀ ਗੱਲ ਕਹੀ ਹੈ। ਸਾਡੀ ਹੀ ਸੰਸਕ੍ਰਿਤੀ ਅਜਿਹੀ ਹੈ ਜਿਸ ਨੇ ਸਮੁੱਚੇ ਮਾਨਵ ਕਲਿਆਣ ਦੀ ਗੱਲ ਕੀਤੀ ਹੈ। ਸਾਡੀ ਹੀ ਸੰਸਕ੍ਰਿਤੀ ਹੈ ਜੋ ਸਰਵੇ ਭਵੰਤੂ ਸੁਖਿਨਾ ਕਹਿੰਦੀ ਹੈ। ਇੱਥੇ ਹੀ ਇਸੇ ਅਮਰ ਗੁਫਾ ਵਿੱਚ, ਅਮਰਨਾਥ ਗੁਫਾ ਵਿੱਚ ਭਗਵਾਨ ਸ਼ਿਵ ਸ਼ੰਕਰ ਨੇ ਮਾਤਾ ਪਾਰਬਤੀ ਨੂੰ ਅਮਰ ਕਥਾ ਸੁਣਾਈ ਅਤੇ ਭਗਵਾਨ ਭੋਲੇਨਾਥ ਨੇ ਵਿਸ਼ ਪੀ ਕੇ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਜੋ ਕਾਰਜ ਕੀਤਾ, ਉਸ ਨਾਲ ਉਹਨਾਂ ਨੇ ਅਮਰਤਾ ਦੀ ਸਿੱਖਿਆ ਵੀ ਮਾਨਵ ਜਾਤੀ ਨੂੰ ਦਿੱਤੀ। ਸਾਡੀ ਹੀ ਸੰਸਕ੍ਰਿਤੀ ਹੈ ਜਿਸ ਵਿੱਚ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਧਿਆਨ ਕਰਦੇ ਨੇ, ਆਪਣੀਆਂ ਅਸਥੀਆਂ ਦਾ ਦਾਨ ਕਰਦੇ ਨੇ। ਸਾਡੀ ਹੀ ਸਨਾਤਨ ਸੰਸਕ੍ਰਿਤੀ ਹੈ ਜੋ ਸਰਵੇ ਭਵੰਤੂ ਸੁਖਿਨਾ ਦੀ ਗੱਲ ਕਰਦੀ ਹੈ। ਸਾਡੀ ਹੀ ਸਨਾਤਨ ਸੰਸਕ੍ਰਿਤੀ ਹੈ ਜੋ ਸਰਵੇ ਭਵੰਤੂ ਸੁਖਿਨਾ ਕਹਿੰਦੀ ਹੈ।
ਸਾਡੀ ਹੀ ਸਨਾਤਨ ਸੰਸਕ੍ਰਿਤੀ ਹੈ जो संगच्छध्वम संवदध्वम समवो मनांसि जानताम कर ਦੀ ਗੱਲ ਕਰਦੀ ਹੈ। ਭਾਵ ਕਿ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਵਿਅਕਤੀ ਦਾ ਬਲੀਦਾਨ ਅਤੇ ਭਗਵਾਨ ਭੋਲੇਨਾਥ ਨੇ ਮਾਤਾ ਪਾਰਵਤੀ ਨੂੰ ਜੋ ਕਥਾ ਸੁਣਾਈ ਅਤੇ ਉਸ ਦੇ ਅੰਦਰ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਅਮਰਤਾ ਦਾ ਮੰਤਰ ਵੀ ਦਿੱਤਾ ਅਤੇ ਉਹ ਮੰਤਰ ਇਹ ਹੈ ਕਿ ਲੋਕਾਈ ਦੇ ਕਲਿਆਣ ਦੇ ਲਈ, ਕੁਦਰਤ ਦੇ ਕਲਿਆਣ ਦੇ ਲਈ, ਵਿਸ਼ਵ ਦੇ ਕਲਿਆਣ ਦੇ ਲਈ ਜੇਕਰ ਜ਼ਹਿਰ ਪੀਣਾ ਵੀ ਜ਼ਰੂਰੀ ਹੋਵੇ ਤਾਂ ਇਹ ਸਾਡੇ ਲਈ ਖੁਸ਼ਨੁਮਾ ਹੈ, ਸਾਡੇ ਲਈ ਸਵੀਕਾਰਨਯੋਗ ਹੈ ਅਤੇ ਇਹੀ ਸਾਰ ਹੈ ਸਾਡੀ ਸਨਾਤਨ ਸੰਸਕ੍ਰਿਤੀ ਦਾ। ਤਾਂ ਇਸ ਖਾਸ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਦੇਸ਼ ਅਤੇ ਦੁਨੀਆ ਦੀਆਂ ਤਾਜ਼ਾਤਰੀਨ ਖਬਰਾਂ ਦੇ ਲਈ ਦੇਖਦੇ ਰਹੋ ਡੀਡੀ ਨਿਊਜ਼। ਪਵਿੱਤਰ ਅਮਰਨਾਥ ਗੁਫਾ ਤੋਂ ਮੈਨੂੰ ਅਸ਼ਵਨੀ ਕੁਮਾਰ ਅਤੇ ਮੇਰੇ ਸਹਿਯੋਗੀ ਕੈਮਰਾਮੈਨ ਕੁਲਦੀਪ ਨੂੰ ਦਿਓ ਇਜਾਜ਼ਤ। ਦੇਸ਼ ਅਤੇ ਦੁਨੀਆ ਦੀਆਂ ਤਾਜ਼ਾਤਰੀਨ ਖਬਰਾਂ ਲਈ ਦੇਖਦੇ ਰਹੋ ਡੀਡੀ ਨਿਊਜ਼। ਨਮਸਕਾਰ, ਹਰ ਹਰ ਮਹਾਦੇਵ, ਜੈ ਸ਼ਿਵ ਸ਼ੰਕਰ।